ਬੱਚਿਓ ਬੱਚਿਓ ਅੱਜ ਦੇ BA 5th ਸਮੈਸਟਰ ਦੇ ਇਸ ਲੈਕਚਰ 'ਚ ਤੁਹਾਡਾ ਵਰਚੁਅਲ ਲੈਕਚਰ 'ਚ ਸਵਾਗਤ ਹੈ। ਲਾਸਟ ਲੈਕਚਰ ਦੇ ਵਿੱਚ ਅਸੀਂ ਜਿਹੜਾ ਹੈਗਾ ਮੈਂ ਤੁਹਾਨੂੰ ਜਨਰਲ ਟੌਪਿਕ ਉੱਤੇ ਜਨਰਲ ਜਿਹੜੀ ਆਪਾਂ ਡਿਸਕਸ਼ਨ ਜਿਹੜੀ ਹੈ ਉਹ ਕੀਤੀ ਸੀ। ਅੱਜ ਅਸੀਂ ਆਪਣਾ ਪਹਿਲਾ ਕੁਐਸਚਨ ਜਿਹੜਾ ਹੈ ਉਹਨੂੰ ਆਰੰਭ ਕਰਾਂਗੇ। ਤੁਲਾਤਮਕ ਸਰਕਾਰ ਤੋਂ ਕੀ ਭਾਵ ਹੈ? ਤੁਲਾਤਮਕ ਸਰਕਾਰ ਤੋਂ ਕੀ ਭਾਵ ਹੈ? ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਅਤੇ ਵਿਸ਼ੇ ਵਸਤੂ ਦਾ ਵਰਣਨ ਕਰੋ। ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਅਤੇ ਵਿਸ਼ੇ ਵਸਤੂ ਦਾ ਵਰਣਨ ਕਰੋ। ਹੁਣ ਮੈਂ ਤੁਹਾਡੇ ਨਾਲ ਇੱਕ PPT ਜਿਹੜੀ ਹੈਗੀ ਆ ਉਹ ਸ਼ੇਅਰ ਕਰਨ ਲੱਗਾ ਹੈਗਾ। ਠੀਕ ਹੈ ਜੀ। ਤੇ ਮੈਂ ਜਿੱਦਾਂ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਤੁਲਾਤਮਕ ਰਾਜਨੀਤੀ ਅਤੇ ਸਰਕਾਰ ਦੇ ਵਿੱਚ ਜਿਹੜਾ ਹੈ ਬੇਸਿਕ ਅੰਤਰ ਜਿਹੜਾ ਹੈ ਉਹ ਕੀ ਹੁੰਦਾ। ਹੁਣ ਤੁਲਾਤਮਕ ਸਰਕਾਰ ਮੈਂ ਤੁਹਾਨੂੰ ਦੱਸਿਆ ਸੀਗਾ ਕਿ 1950 ਤੋਂ ਪਹਿਲਾਂ ਜਿਹੜਾ ਤੁਲਾਤਮਕ ਅਧਿਐਨ ਹੁੰਦਾ ਸੀਗਾ ਉਹਦਾ ਜਿਹੜਾ ਵਿਸ਼ੇ ਵਸਤੂ ਸੀਗਾ ਬਹੁਤ ਜ਼ਿਆਦਾ ਸੰਕੁਚਿਤ ਸੀਗਾ। ਠੀਕ ਹੈ ਜੀ। ਉਹਦਾ ਵਿਸ਼ੇ ਵਸਤੂ ਸੰਕੁਚਿਤ ਸੀਗਾ, ਸੀਮਿਤ ਸੀਗਾ। ਕੇਵਲ ਦਰਸ਼ਨ, ਇਤਿਹਾਸ ਅਤੇ ਜਿਹੜਾ ਕਾਨੂੰਨੀ ਆਧਾਰ ਉੱਤੇ ਹੀ ਰਾਜਨੀਤਿਕ ਸੰਸਥਾਵਾਂ ਦਾ ਜਿਹੜਾ ਸੀਗਾ ਅਧਿਐਨ ਕੀਤਾ ਜਾਂਦਾ ਸੀ। ਹੌਲੀ ਹੌਲੀ 1950 ਆਂਦਿਆਂ ਜਦੋਂ ਵਿਸ਼ਿਆਂ ਨੇ ਆਪਣਾ ਵਿਸਤਾਰ ਕਰਨਾ ਸ਼ੁਰੂ ਕੀਤਾ ਜਾਂ ਵਿਸ਼ੇ ਜਿਹੜੇ ਸੀਗੇ ਆਪਣੇ ਵਿਸਤਾਰ ਵੱਲ ਵਧੇ ਤਾਂ ਉਹਦੇ ਵਿੱਚ ਜਿਹੜੀ ਵਿਵਹਾਰਵਾਦ ਦੀ ਕ੍ਰਾਂਤੀ ਹੋਈ ਰਾਜਨੀਤੀ ਸ਼ਾਸਤਰ ਦੇ ਵਿੱਚ ਉਹਨੇ ਇੱਕ ਅਹਿਮ ਭੂਮਿਕਾ ਨਿਭਾਈ। ਉਹ ਵਿਸ਼ੇ ਵਿਸਤਾਰ ਹੋਇਆ, ਉਹਦੇ ਨਾਲ ਜਿਹੜਾ ਹੈ ਨਵੀਂ ਜਿਹੜੀ ਅਪਰੋਚ ਹੈਗੀ ਹੈ ਉਹ ਸਾਡੇ ਸਾਹਮਣੇ ਹੋ ਕੇ ਆਈ, ਜਿਹਦੇ ਵਿੱਚ ਅਸੀਂ ਅੰਤਰ ਵਿਸ਼ੇ ਅਧਿਐਨ ਉੱਤੇ ਜਿਹੜਾ ਸੀਗਾ ਜ਼ੋਰ ਦੇਣਾ ਸ਼ੁਰੂ ਕੀਤਾ। ਅਸੀਂ ਸਮੂਹਾਂ ਦਾ ਅਧਿਐਨ ਕਰਨਾ ਸ਼ੁਰੂ ਕੀਤਾ। ਸਮੂਹਾਂ ਦਾ ਰਾਜਨੀਤੀ ਉੱਤੇ ਕੀ ਅਸਰ ਪੈਂਦਾ ਹੈ ਉਹਦਾ ਜਿਹੜਾ ਸੀਗਾ ਅਧਿਐਨ ਅਸੀਂ ਜਿਹੜਾ ਸੀਗਾ ਕਰਨਾ ਸ਼ੁਰੂ ਜਿਹੜਾ ਸੀਗਾ ਕੀਤਾ ਸੀਗਾ। ਹੁਣ 1945 ਦੇ ਵਿੱਚ ਕੀ ਹੋਇਆ? 1945 ਦੇ ਵਿੱਚ ਅਮਰੀਕਾ ਨੇ ਜਿਹੜਾ ਸੀਗਾ ਰਾਜਨੀਤਿਕ ਅਧਿਐਨ ਵਾਸਤੇ ਜਿਹੜਾ ਸੀਗਾ ਰਾਸ਼ੀ ਕੁਝ ਜਿਹੜੀਆਂ ਵਿੱਤੀ ਸੰਸਥਾਵਾਂ ਸੀਗੀਆਂ ਅਮਰੀਕਾ ਦੇ ਵਿੱਚ, ਜਿੱਦਾਂ ਰੌਕਰਫੀਲਡ ਇੰਟਰਨੈਸ਼ਨਲ ਹੋ ਗਈ, ਫੋਰਡ ਇੰਟਰਨੈਸ਼ਨਲ ਹੋ ਗਈ, ਇਹ ਦੋਨੋਂ ਕੰਪਨੀਆਂ ਜਿਹੜੀਆਂ ਕਾਰਾਂ ਬਣਾਉਂਦੀਆਂ ਉੱਥੇ, ਉਹਨਾਂ ਨੇ ਜਿਹੜਾ ਸੀਗਾ ਪੋਲੀਟੀਕਲ ਸਾਇੰਸ ਦੀ ਰਿਸਰਚ ਵਾਸਤੇ ਜਾਂ ਅਧਿਐਨ ਵਾਸਤੇ ਜਿਹੜਾ ਸੀਗਾ ਪੈਸਾ ਦੇਣਾ ਸ਼ੁਰੂ ਕੀਤਾ, ਜਿਸ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਜਿਹੜੇ ਵਿਦਵਾਨ ਸੀਗੇ ਉਹਨਾਂ ਨੇ ਜਿਹੜੀ ਉੱਥੇ ਯੂਨੀਵਰਸਿਟੀ ਸੀਗੀ ਪ੍ਰਿੰਸਟਨ ਯੂਨੀਵਰਸਿਟੀ, ਉਹਦਾ ਰੁਖ ਕੀਤਾ ਅਤੇ ਉਸ ਤੋਂ ਬਾਅਦ ਜਿਹੜਾ ਸੀਗਾ ਪੋਲੀਟੀਕਲ ਸਾਇੰਸ ਦੇ ਵਿੱਚ ਜਿਹੜਾ ਸੀਗਾ ਇੱਕ ਤਰ੍ਹਾਂ ਦੀ ਰੈਵੋਲੂਸ਼ਨ ਆਈ, ਜਿਹਨੇ ਪੋਲੀਟੀਕਲ ਸਾਇੰਸ ਦੇ ਵਿਸ਼ੇ ਵਸਤੂ ਨੂੰ ਬਦਲ ਕੇ ਰੱਖ ਦਿੱਤਾ। ਵਿਸ਼ੇ ਵਸਤੂ ਵਿਸਤਾਰ ਹੋਇਆ, ਵਿਸ਼ੇ ਵਸਤੂ ਬਦਲ ਕੇ ਰੱਖਤਾ, ਵਿਸ਼ੇ ਦੀ ਸ਼ਬਦਾਵਲੀ ਵਿੱਚ ਜਿਹੜਾ ਸੀਗਾ ਬਦਲਾਵ ਆਇਆ। ਜਿੱਦਾਂ ਫॉर एग्जांपल ਪੋਲੀਟੀਕਲ ਸਾਇੰਸ ਨੂੰ ਅਸੀਂ ਹੁਣ ਪੋਲੀਟੀਕਲ ਸਿਸਟਮ ਕਹਿਣਾ ਸ਼ੁਰੂ ਕੀਤਾ, ਔਰ ਪੋਲੀਟੀਕਲ ਸਿਸਟਮ ਇੱਕ ਵਾਈਡਰ ਸਟੱਡੀ ਦੇ ਰੂਪ ਦੇ ਵਿੱਚ ਜਿਹੜਾ ਸੀਗਾ ਉਹ ਸਾਡੇ ਜਿਹੜਾ ਹੈ ਸੀਗਾ ਸਾਹਮਣੇ ਆਇਆ। ਹੁਣ ਪਹਿਲਾ ਕੁਐਸਚਨ ਆਪਾਂ ਜਿਹੜਾ ਹੈਗਾ ਸ਼ੁਰੂ ਕਰਦੇ ਹਾਂ। ਇਹਦੇ ਵਿੱਚ ਸਭ ਨਾਲੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਲਾਤਮਕ ਸਰਕਾਰ ਜਿਹੜੀ ਹੈ ਉਹ ਕੀ ਹੁੰਦੀ ਹੈ। ਜਿੱਦਾਂ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਉਸ ਸਮੇਂ ਉੱਤੇ ਜਿਹੜੇ ਵਿਕਸਿਤ ਸੰਵਿਧਾਨ ਸੀਗੇ ਉਹਨਾਂ ਦਾ ਅਧਿਐਨ ਹੀ ਤੁਲਾਤਮਕ ਸਰਕਾਰ ਦੇ ਵਿੱਚ ਕੀਤਾ ਜਾਂਦਾ ਸੀ। ਉਹਨਾਂ ਰਾਜਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਜਿਹੜੇ ਕਿ 1945 ਜਾਂ 1945 ਤੋਂ ਬਾਅਦ ਜਿਹੜਾ ਸੀਗਾ ਆਜ਼ਾਦ ਹੋਏ ਸੀਗੇ। ਠੀਕ ਹੈ ਜੀ। ਹੁਣ ਆਪਾਂ ਕੁਝ ਪੁਆਇੰਟਸ ਜਿਹੜੇ ਆ ਡਿਸਕਸ ਕਰਾਂਗੇ। ਇਹਦਾ ਅਰਥ ਆਪਾਂ ਪਹਿਲੇ ਜਿਹੜਾ ਹੈਗਾ ਦੇਖ ਲਈਏ। ਇੱਕ ਮਿੰਟ में ठीक है। ਇਹਦੇ ਵਿੱਚ ਅਸੀਂ ਇੱਕ ਦੋ ਜਿਹੜੀਆਂ ਪਰਿਭਾਸ਼ਾਵਾਂ ਹੈਗੀਆਂ ਉਹ ਡਿਸਕਸ ਜਿਹੜੀਆਂ ਕਰਾਂਗੇ।
ਜਿੱਦਾਂ ਹੁਣ MG ਸਮਿਥ ਹੈਗਾ ਇੱਕ ਵਿਚਾਰਕ, ਉਹ ਕੀ ਕਹਿੰਦਾ ਹੈ, comparative politics is study of all the forms of political organization, their properties, correlations, variations and modes of change। MG ਸਮਿਥ ਜਿਹੜਾ ਸੀਗਾ, ਉਹਨੇ ਇੱਕ ਆਧੁਨਿਕ ਜਿਹੜੀ ਹੈ ਪਰਿਭਾਸ਼ਾ ਦਿੱਤੀ ਹੈ। ਉਹਨੇ ਜਿਹੜਾ ਹੈ ਆਪਣੀ ਪਰਿਭਾਸ਼ਾ ਦੇ ਵਿੱਚ ਜਿਹੜੀ ਤੁਲਾਤਮਕ ਰਾਜਨੀਤੀ ਅਤੇ ਸਰਕਾਰ ਦੇ ਅੰਤਰਗਤ ਜਿਹੜੇ ਵਿਸ਼ਿਆਂ ਦਾ ਅਧਿਐਨ ਕੀਤਾ ਜਾਂਦਾ ਸੀ, ਉਹਦਾ ਸਮਾਵੇਸ਼ੀ ਰੂਪ ਜਿਹੜਾ ਹੈਗਾ ਉਹ ਪੇਸ਼ ਕੀਤਾ ਹੈ। ਉਹ ਕੀ ਕਹਿੰਦਾ ਹੈ, ਕਹਿੰਦਾ ਕੰਪੈਰੀਟਿਵ ਪੋਲਿਟਿਕਸ ਕੀ ਹੁੰਦੀ ਹੈ, ਇਜ਼ ਸਟੱਡੀ ਆਫ ਆਲ ਫਾਰਮਸ ਆਫ ਪੋਲੀਟੀਕਲ ਆਰਗੇਨਾਈਜੇਸ਼ਨ। ਮਤਲਬ ਇਹੋ ਜਿਹਾ ਅਧਿਐਨ ਜਿਹਦੇ ਵਿੱਚ ਸਾਰੀਆਂ ਰਾਜਨੀਤਿਕ ਸੰਸਥਾਵਾਂ ਦਾ ਜਿਹੜਾ ਹੈ ਅਧਿਐਨ ਕੀਤਾ ਜਾਂਦਾ ਹੈ, ਉਹਨਾਂ ਦੀਆਂ ਵਿਸ਼ੇਸ਼ਤਾਵਾਂ ਪੜ੍ਹੀਆਂ ਜਾਂਦੀਆਂ, ਉਹਨਾਂ ਦੇ ਵਿੱਚ ਆਪਸੀ ਜਿਹੜੇ ਸੰਬੰਧ ਹੈ ਉਹਨਾਂ ਦਾ ਅਧਿਐਨ ਕੀਤਾ ਜਾਂਦਾ ਹੈ, ਉਹਨਾਂ ਦੇ ਵਿੱਚ ਜਿਹੜੀਆਂ ਵੇਰੀਏਸ਼ਨ ਹੈ, ਮੋਡਸ ਆਫ ਚੇਂਜ ਹੈ, ਉਹਨਾਂ ਦਾ ਜਿਹੜਾ ਹੈਗਾ ਅਧਿਐਨ ਜਿਹੜਾ ਹੈਗਾ ਉਹ ਕੀਤਾ ਜਾਂਦਾ। ਹੁਣ ਇੱਕ ਹੋਰ ਵਿਚਾਰਕ ਹੋਇਆ ਹੈ, ਇਹਦੀ ਜਿਹੜੀ ਪਰਿਭਾਸ਼ਾ ਹੈ ਉਹ ਉਨੀ ਪ੍ਰਾਚੀਨ ਨਹੀਂ ਹੈ। ਮਤਲਬ ਇਹਨੇ ਤੁਲਾਤਮਕ ਸਰਕਾਰ ਸ਼ਬਦ ਦੀ ਜਿਹੜੀ ਵਰਤੋਂ ਕੀਤੀ ਹੈ, 1950 ਤੋਂ ਪਹਿਲਾਂ ਜਿਹੜਾ ਸੀਗਾ ਤੁਲਾਤਮਕ ਸਰਕਾਰ ਜਿਹੜਾ ਸ਼ਬਦ ਹੈ ਉਹਦੀ ਵਰਤੋਂ ਹੁੰਦੀ ਸੀ। ਐਜ਼ ਅ ਸਟੱਡੀ ਆਫ ਪੈਟਰਨਸ ਆਫ ਨੈਸ਼ਨਲ ਗਵਰਨਮੈਂਟਸ ਇਨ ਕੰਟੈਂਪਰੇਰੀ ਵਰਲਡ। ਮਤਲਬ ਉਹ ਕੀ ਕਹਿੰਦਾ ਹੈ ਕਿ ਇਸ ਦੇ ਅੰਤਰਗਤ ਜਿਹੜਾ ਰਾਸ਼ਟਰੀ ਸਰਕਾਰਾਂ ਹੈ ਉਹਨਾਂ ਦੇ ਨਮੂਨਿਆਂ ਦਾ ਜਿਹੜਾ ਹੈਗਾ ਅਧਿਐਨ ਜਿਹੜਾ ਹੈ ਉਹ ਕੀਤਾ ਜਾਂਦਾ। ਸੋ ਕਹਿਣ ਦਾ ਮਤਲਬ ਇਹ ਹੈ, ਇੱਕ ਹੋਰ ਵਿਚਾਰਕ ਹੋਇਆ ਹੈ ਮਾਰਕ M. Curtis। Comparative politics is concerned with significant regularities, similarities and differences in the working of political institutions। ਸੋ ਸਾਰੇ ਜਿਹੜੇ ਵਿਚਾਰਕ ਹੈ ਉਹਨਾਂ ਦਾ ਇਹ ਮੰਨਣਾ ਹੈ, ਜਿਹੜੇ ਆਧੁਨਿਕ ਵਿਚਾਰਕ ਹੈ, ਕਿ ਜਿਹੜੀ ਰਾਜਨੀਤਿਕ ਜਾਂ ਤੁਲਾਤਮਕ ਰਾਜਨੀਤੀ ਹੈ ਉਹਦੇ ਵਿੱਚ ਰਾਜਨੀਤੀ ਦੇ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਦਾ ਅਧਿਐਨ ਹੁੰਦਾ ਹੈ, ਔਰ ਤੁਲਾਤਮਕ ਆਧਾਰ ਤੇ ਇਹਦਾ ਜਿਹੜਾ ਹੈ ਅਧਿਐਨ ਜਿਹੜਾ ਹੈਗਾ ਉਹ ਕੀਤਾ ਜਾਂਦਾ। ਸੋ ਮੈਂ ਅੱਜ ਦਾ ਲੈਕਚਰ ਜਿਹੜਾ ਹੈਗਾ ਇੱਥੇ ਹੀ ਖਤਮ ਕਰਦਾ ਹੈ, ਤੇ ਕੱਲ ਦੇ ਲੈਕਚਰ ਦੇ ਵਿੱਚ ਜਿਹੜਾ ਅਸੀਂ ਹੈਗਾ ਉਹ ਇਹਦੇ ਉੱਤੇ ਅੱਗੇ ਜਿਹੜੀ ਹੈ ਚਰਚਾ ਆਪਾਂ ਕਰਾਂਗੇ। ਥੈਂਕ ਯੂ ਵੈਰੀ ਮਚ।